ਮੈਡਲ ਕਰਨ ਤੋਂ ਬਾਅਦ ਵੀ ਆ ਜੁੱਤੀਆਂ ਤੁਸੀਂ ਮੇਰੇ ਘਰ ਦੇ ਵਿੱਚ ਦੇਖ ਰਹੇ ਹੋ, ਇਹ ਜੁੱਤੀਆਂ ਦੇ ਢੇਰ ਐਵੇਂ ਨਹੀਂ ਪਏ, ਇਹ ਮੈਂ ਫੜੀ ਤੱਕ ਲਾਈ ਆ, ਠੀਕ ਹੈ ਨਾ। ਰੋਡ ਦੇ ਉੱਤੇ ਫੜੀ ਤੱਕ ਲਾ ਕੇ ਮੈਂ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਵਾਂ। ਆਸ ਕੀ ਸੀਗੀ ਕਿ ਵੀ ਹਾਂ ਵੀ ਪੰਜਾਬ ਸਰਕਾਰ ਸ਼ਾਇਦ ਮੇਰੇ ਖੇਡੇ ਦਾ, ਮੇਰੀ ਪੜ੍ਹਾਈ ਦਾ ਮੁੱਲ ਮੈਨੂੰ ਮੋੜੇਗਾ। 300 ਰੁਪਏ ਦਿਹਾੜੀ ਤੇ ਮੇਰੇ ਮੰਮੀ ਕੰਮ ਕਰਨ ਗਏ ਆ। ਕਾਰਨ ਕੀ ਆ, ਮੈਂ ਘਰੇ ਕਿਉਂ ਬੈਠਾ ਵਾਂ? ਮੈਂ ਇਸੇ ਕਾਰਨ ਬੈਠਾ ਵਾਂ ਕਿ ਮੈਂ ਇਹਨਾਂ ਮੈਡਲਸ ਨੂੰ, ਠੀਕ ਹੈ ਨਾ, ਝਾੜਦਾ ਪੁੰਜਦਾ ਪਿਆ ਵਾਂ, ਠੀਕ ਹੈ ਨਾ। ਆ ਜਿਹੜਾ ਮੇਰਾ ਹੱਕ ਬਣਦਾ 125 ਪੋਸਟਾਂ ਦੇ ਵਿੱਚ ਜਿਹੜਾ ਮੇਰਾ ਨਾਮ ਹੈ, ਠੀਕ ਹੈ ਨਾ, ਮੈਂ ਡਾਇਰੈਕਟਰ ਸਪੋਰਟਸ ਨੂੰ ਵੀ ਮਿਲਾਂਗਾ, ਮੈਂ ਆਪਣਾ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਵੀ ਮਿਲਾਂਗਾ ਤੇ ਉਹਨਾਂ ਨੂੰ ਕਹਾਂਗਾ ਕਿ ਹਾਂਜੀ ਸਰ ਦੇਖੋ ਮੈਂ ਇੰਨੇ ਮੈਡਲ ਜਿੱਤੇ ਹੋਏ ਆ ਤੇ ਮੇਰਾ ਹੱਕ ਕਿੱਥੇ ਆ। ਮੇਰੇ ਮਾਤਾ ਜੀ ਭਾਵੇਂ ਬਿਮਾਰ ਹੋਣ, ਜਵਾਰ ਹੋਣ, ਜਿਵੇਂ ਮਰਜ਼ੀ, ਜੇਕਰ ਇਹ ਅਵਾਰਡ ਦੇ ਸਕਦੇ ਆ ਸਾਨੂੰ, ਇਹ ਐਡੇ ਵੱਡੀਆਂ ਟਰਾਫੀਆਂ ਦੇ ਸਕਦੇ ਆ, ਆ ਮੈਡਲ ਸਾਨੂੰ ਪੰਜਾਬ ਸਰਕਾਰ ਦੇ ਸਕਦੀ ਆ, ਠੀਕ ਹੈ ਨਾ, ਹੋਰ ਸਟੇਟਾਂ ਦੇ ਸਕਦੀਆਂ, ਤੇ ਫਿਰ ਨੌਕਰੀਆਂ ਦੇਣ ਨੂੰ ਕੀ ਤਕਲੀਫ ਆ? ਮੈਂ ਇਹ ਨਹੀਂ ਕਹਿੰਦਾ ਕਿ ਵੀ ਐਮਐਲਏ ਦੇ ਕਿਸੇ ਬੇਟੇ ਨੂੰ ਨੌਕਰੀ ਮਿਲੀ ਤਾਂ ਮੈਂ ਔਖਾ ਆ, ਠੀਕ ਹੈ ਨਾ, ਕਿਸੇ ਐਮਪੀ ਦੇ ਬੱਚੇ ਨੂੰ ਕਿਸੇ ਨੌਕਰੀ ਮਿਲੀ ਤਾਂ ਮੈਂ ਔਖਾ ਆ ਨਾ, ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਕਿਉਂਕਿ ਕਾਰਨ ਕੀ ਆ ਕਿ ਵੀ ਇਹ ਕਾਰਨ ਇਹ ਆ ਕਿ ਵੀ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ ਉਹ ਪੂਰਾ ਕਰਦੀ ਪਈ ਆ। ਪਰ ਗੱਲ ਇਹ ਆ, ਵਾਰੀ ਪਹਿਲਾਂ ਐਮਐਲਏ ਦੇ ਬੱਚਿਆਂ ਦੀ ਆ ਗਈ, ਐਮਪੀ ਦੇ ਬੱਚਿਆਂ ਦੀ ਆ ਗਈ, ਤੇ ਹੁਣ ਜਿਹੜੇ ਹੋਰ ਨੌਜਵਾਨ ਹੈਗੇ ਜਿਹੜੇ ਕਾਬਲੀਅਤ, ਉਹਨਾਂ ਨੂੰ ਤਰਸ ਦੇ ਆਧਾਰ ਤੇ ਦੇਤੀ ਨਾ, ਸਾਨੂੰ ਕਾਬਲੀਅਤ ਦੇ ਆਧਾਰ ਤੇ ਵੀ ਨੌਕਰੀ ਦੇ ਦਿੱਤੀ ਜਾਵੇ। 2017 ਵਿਧਾਨ ਸਭਾ ਇਲੈਕਸ਼ਨਾਂ ਦੇ ਵਿੱਚ ਘਰ ਘਰ ਨੌਕਰੀ ਦਾ ਵਾਅਦਾ ਕਰ ਸਰਕਾਰ ਬਣਾਉਣ ਵਾਲੀ ਕਾਂਗਰਸ ਦੇ ਰਾਜ ਦੇ ਵਿੱਚ ਜਦੋਂ 2 ਐਮਐਲਏ ਦੇ ਬੇਟਿਆਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦੇਣ ਦੀ ਗੱਲ ਕੀਤੀ ਗਈ ਤਾਂ ਰਾਜਨੀਤਿਕ ਹਲਕਿਆਂ ਦੇ ਵਿੱਚ ਭੁਚਾਲ ਆ ਗਿਆ, ਕਿਉਂਕਿ ਲਗਾਤਾਰ ਇਹਨਾਂ 2 ਫੈਸਲਿਆਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਿੱਥੇ ਸਵਾਲ ਉਠਾਏ ਜਾ ਰਹੇ ਨੇ, ਉੱਥੇ ਉਹ ਨੌਜਵਾਨ ਵੀ ਹੁਣ ਸਵਾਲ ਉਠਾ ਰਹੇ ਨੇ ਜਿਹੜੇ ਇਹਨਾਂ ਨੌਕਰੀਆਂ ਦੇ ਸਹੀ ਹੱਕਦਾਰ ਸੀਗੇ, ਜਾਂ ਉਹ ਨੌਜਵਾਨ ਜਿਨ੍ਹਾਂ ਨੂੰ ਇਹਨਾਂ ਨੌਕਰੀਆਂ ਦੇ ਲਈ ਵਾਅਦੇ ਕੀਤੇ ਗਏ ਸੀਗੇ ਜਾਂ ਉਹਨਾਂ ਦੀ ਸਿਲੈਕਸ਼ਨ ਕੀਤੀ ਗਈ ਸੀ ਸਰਕਾਰੀ ਨੌਕਰੀਆਂ ਦੇ ਵਾਸਤੇ, ਪਰ ਉਹ ਨੌਕਰੀਆਂ ਉਹਨਾਂ ਨੂੰ ਹਜੇ ਤੱਕ ਮਿਲੀਆਂ ਨਹੀਂ। ਸਾਡੇ ਨਾਲ ਮੌਜੂਦ ਨੇ ਇਹੋ ਜਿਹੀ ਇੱਕ ਸ਼ਖਸ ਜਿਨ੍ਹਾਂ ਨੇ ਇੱਕ ਖੇਡ ਨੂੰ 15 ਸਾਲ ਸਮਰਪਿਤ ਕੀਤੇ ਅਤੇ ਸੈਂਕੜੇ ਹੀ ਜਿਹੜੇ ਹੈਗੇ ਆ 골ਡ ਮੈਡਲ ਅਤੇ ਸਿਲਵਰ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਸਤੀਸ਼ ਕੁਮਾਰ ਅੱਜ ਸਾਡੇ ਨਾਲ ਨੇ, ਜਿਨ੍ਹਾਂ ਦੀ ਸਿਲੈਕਸ਼ਨ ਸਬ ਇੰਸਪੈਕਟਰ ਦੇ ਤੌਰ ਤੇ ਸਪੋਰਟਸ ਕੋਟੇ ਦੇ ਵਿੱਚ ਹੋ ਤਾਂ ਜਾਂਦੀ ਆ, ਪਰ ਉਹਨਾਂ ਨੂੰ ਨੌਕਰੀ ਹਜੇ ਵੀ ਕਈ ਸਾਲਾਂ ਬਾਅਦ ਮਿਲਦੀ ਨਹੀਂ ਹੈ। ਤੇ ਹੁਣ ਉਹ ਵੀ ਸਵਾਲ ਚੱਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੀ ਨੌਕਰੀ ਕਦੋਂ ਮਿਲੇਗੀ, ਜਦ ਕਿ ਐਮਐਲਏ ਦੇ ਬੇਟਿਆਂ ਨੂੰ ਤਰਸ ਦੇ ਆਧਾਰ ਤੇ ਫਟਾਫਟ ਨੌਕਰੀਆਂ ਸਰਕਾਰ ਦੇ ਰਹੀ ਹੈ। ਸਾਡੇ ਨਾਲ ਮੌਜੂਦ ਨੇ ਸੌਫਟਬਾਲ ਦੇ ਨੈਸ਼ਨਲ ਪਲੇਅਰ ਸਤੀਸ਼ ਕੁਮਾਰ ਜੀ। ਸਤੀਸ਼ ਕੁਮਾਰ ਜੀ, ਕਈ ਸਾਲ ਤੁਸੀਂ ਖੇਡ ਖੇਡੀ, ਸੈਂਕੜੇ ਹੀ ਪਦਕ ਜਿੱਤੇ ਤੁਸੀਂ। ਪਹਿਲਾਂ ਤੁਸੀਂ ਆਪਣੇ ਬਾਰੇ ਬਰੀਫ ਦੱਸੋ, ਕਦੋਂ ਤੋਂ ਖੇਡ ਖੇਡਣੀ ਸ਼ੁਰੂ ਕੀਤੀ ਤੇ ਕਿਹੜੇ ਜਿਹੜੀ ਹੈਗੀਆਂ ਚੈਂਪੀਅਨਸ਼ਿਪ ਤੁਸੀਂ ਜਿੱਤੀਆਂ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬ ਵਾਸੀਓ, ਅੱਜ ਸਵਾਲ ਬੜੀ ਗੰਭੀਰਤਾ ਨਾਲ ਖੜੇ ਹੁੰਦੇ ਆ ਕਿ ਵੀ ਹਾਂ ਵੀ ਘਰ ਘਰ ਨੌਕਰੀ ਦਾ ਜਿਹੜਾ ਸਵਾਲ ਜਿਹੜਾ ਸੀਗਾ, ਉਸ ਤੋਂ ਬਾਅਦ ਜਿਹੜੀ ਆਪਣਾ ਐਮਐਲਏਸ ਜਾਂ ਫਿਰ ਐਮਪੀਸ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾ ਰਹੀ ਆ, ਚਲੋ ਉਹਨਾਂ ਦੇ ਘਰ ਨੌਕਰੀ ਪਹੁੰਚ ਗਈ ਆ ਤੇ ਸਾਡੇ ਘਰ ਵੀ ਪਹੁੰਚ ਜਾਣੀ ਚਾਹੀਦੀ ਆ। ਮੰਨਿਆ ਕਿ ਉਹ ਐਮਐਲਏ ਐਮਪੀਸ ਦਾ ਸੰਘਰਸ਼ ਬਹੁਤ ਜ਼ਿਆਦਾ ਆ, ਲੇਕਿਨ ਉਹਨਾਂ ਦੇ ਸੰਘਰਸ਼ ਨੂੰ ਤੇ ਮੇਰੇ ਸੰਘਰਸ਼ ਨੂੰ ਥੋੜਾ ਕੰਪੇਅਰ ਕਰਕੇ ਦੇਖਿਓ। ਮੈਂ ਹੁਣ ਤੁਹਾਨੂੰ ਆਪਣੇ ਸੰਘਰਸ਼ ਦੀ ਗਾਥਾ ਮੈਂ ਸੁਣਾਉਣਾ ਆ। ਅਸਲ 'ਚ ਇਹ ਗਾਥਾ ਪਤਾ ਨਹੀਂ ਮੈਂ ਥੋੜੇ ਸ਼ਬਦਾਂ ਦੇ ਵਿੱਚ ਰੱਖ ਵੀ ਨਹੀਂ ਸਕਦਾ ਕਿ ਜਿੰਨਾ ਕੁ ਦਰਦ ਨਾਲ ਮੈਂ ਉਹ ਜ਼ਿੰਦਗੀ ਜੀ ਆ, ਠੀਕ ਹੈ ਨਾ, ਉਹਦੇ ਨਾਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕੀ ਅੱਜ ਦੇ ਦੌਰ ਦੀ ਗੱਲ ਹੈ, ਠੀਕ ਆ। ਤੇ ਮੈਂ ਜਦੋਂ ਮੇਰੇ ਫਾਦਰ ਸਾਹਿਬ ਨੂੰ ਕੈਂਸਰ ਦਾ ਸਾਨੂੰ ਪਤਾ ਲੱਗਿਆ, ਉਸ ਵੇਲੇ ਮੈਂ 7ਵੀਂ ਕਲਾਸ ਦੇ ਵਿੱਚ ਸੀਗਾ ਤੇ ਮੇਰੇ ਫਾਦਰ ਸਾਹਿਬ ਦਾ ਕੰਮ ਛੁੱਟ ਗਿਆ ਕਿਉਂਕਿ ਬਿਮਾਰੀ ਬਹੁਤ ਜ਼ਿਆਦਾ ਦਰਦਨਾਕ ਸੀਗੀ ਉਸ ਵੇਲੇ। ਤੇ ਉਸ ਤੋਂ ਬਾਅਦ ਮੇਰੇ ਮਾਤਾ ਜੀ ਵੀ ਮਜ਼ਦੂਰੀ ਕਰਨ ਲੱਗ ਗਏ ਤੇ ਮੈਂ ਵੀ ਬਾਲ ਮਜ਼ਦੂਰੀ ਕਰਨ ਲੱਗ ਗਿਆ। ਆਪਣਾ ਜਿਹੜਾ ਸਾਰਾ ਬਚਪਨ ਮੈਂ ਬਾਲ ਮਜ਼ਦੂਰੀ ਦੇ ਵਿੱਚ ਗਵਾਇਆ। ਅੱਜ ਵੀ ਫਿਰ ਵੀ ਮੈਂ ਇਹ ਸੋਚਦਾ ਹਾਂ ਕਿ ਜੇ ਮੈਂ ਮਜ਼ਦੂਰੀ ਕਰਦਾ ਸੀ ਨਾ, ਕਿਸੇ ਬੱਚੇ ਨੂੰ ਮੈਂ ਮਜ਼ਦੂਰੀ ਕਰਦਾ ਦੇਖਦਾ, ਆਪਣੇ ਬਚਪਨ ਦਾ ਜਿਹੜਾ ਦਰਦ ਹੈ ਦੁਬਾਰਾ ਉੱਠਦਾ ਆ ਤੇ ਉਸ ਕੋਸ਼ਿਸ਼ ਕਰਦਾ ਕਿ ਉਸ ਬੱਚੇ ਨੂੰ ਸਿੱਧੀ ਸੇਧ ਦੇ ਕੇ ਉਹਨੂੰ ਪੜ੍ਹਾਈ ਵੱਲ ਪ੍ਰਮੋਟ ਕੀਤਾ ਜਾਵੇ, ਜਿਵੇਂ ਕਿ ਮੇਰੀ ਮਾਤਾ ਜੀ ਨੇ ਮੈਨੂੰ ਕੀਤਾ ਸੀਗਾ। ਮੈਂ 5 ਰੁਪਏ ਦਿਹਾੜੀ ਤੋਂ ਕੰਮ ਸਟਾਰਟ ਕੀਤਾ ਸੀਗਾ। ਉਸ ਤੋਂ ਬਾਅਦ
ਮੈਂ ਬੱਗਾ ਪੈਡਲ ਦੇ ਵਿੱਚ ਪੈਡਲ ਵੀ ਬਣਾਉਂਦਾ ਸੀ, ਠੀਕ ਹੈ ਨਾ। ਉਸ ਤੋਂ ਇਲਾਵਾ ਮੈਂ ਸਾਈਕਲ ਪਾਰਟਸ ਦਾ ਵੀ ਕੰਮ ਕਰਦਾ ਸੀ। ਅਮਨ ਕਾਰ ਬਾਜ਼ਾਰ ਦੇ ਵਿੱਚ ਕਾਰਾਂ ਵੀ ਸਾਫ਼ ਕਰਦਾ ਸੀਗਾ। ਕਿਤਾਬ ਬਾਜ਼ਾਰ ਦੇ ਵਿੱਚ ਮੈਂ ਕਿਤਾਬਾਂ ਵੀ ਵੇਚਦਾ ਸੀਗਾ। ਉਸ ਤੋਂ ਇਲਾਵਾ ਇਹ ਤਾਂ ਸੀਗਾ ਮੇਰੇ ਬਚਪਨ ਦੇ ਵਿੱਚ, ਠੀਕ ਹੈ ਨਾ। ਚਾਹ ਵੀ ਵੇਚਦਾ ਸੀਗਾ ਸਮੇਂ-ਸਮੇਂ ਤੇ ਰਾਮਲੀਲਾ ਦੇ ਵਿੱਚ। ਉਸ ਤੋਂ ਇਲਾਵਾ ਮੈਂ ਦਾਲ ਭੁਜੀਆ ਵੀ ਵੇਚਦਾ ਸੀਗਾ, ਗੂੰਦ ਕਤੀਰਾ ਤੱਕ ਵੇਚ ਕੇ। ਉਸ ਤੋਂ ਬਾਅਦ ਇਹ ਜਿਹੜੇ ਫੋਟੋਗ੍ਰਾਫਸ ਹੁੰਦੇ ਐਕਟਰਸ ਦੇ, ਠੀਕ ਹੈ ਨਾ, ਤੇ ਉਹ ਵੀ ਮੈਂ ਵੇਚ ਕੇ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕੀਤੀ। ਤੇ ਨਾਲ ਦੀ ਨਾਲ ਮੈਂ ਪੜ੍ਹਦਾ ਵੀ ਰਿਹਾ, ਠੀਕ ਹੈ ਨਾ, ਜਦ ਤੱਕ ਮਤਲਬ ਸੁਰਤ ਆਈ। ਤੇ ਉਹ ਤੋਂ ਬਾਅਦ ਮੈਂ ਥੀਏਟਰ ਵਿੱਚ ਵੀ ਐਕਟੀਵਿਟੀਜ਼ ਵਿੱਚ ਭਾਗ ਲਿੱਤਾ ਤੇ ਲਗਾਤਾਰ 3 ਸਾਲ ਮੈਂ ਬੈਸਟ ਐਕਟਰ ਰਿਹਾ ਲਗਾਤਾਰ ਉਸ ਦੇ ਵਿੱਚ ਆਲ ਇੰਡੀਆ ਕੰਪੀਟੀਸ਼ਨ ਦੇ ਵਿੱਚ। ਉਸ ਤੋਂ ਇਲਾਵਾ ਮੈਂ ਐਨਸੀਸੀ ਦੇ ਵਿੱਚ ਬੈਸਟ ਕੈਂਪਰ ਵੀ ਰਿਹਾ, ਐਨਐਸਐਸ ਵਿੱਚ ਬੈਸਟ ਵਲੰਟੀਅਰ ਵੀ ਰਿਹਾ। ਉਸ ਤੋਂ ਇਲਾਵਾ ਜਦੋਂ ਸਪੋਰਟਸ ਦੀ ਲਾਈਨ ਦੇ ਵਿੱਚ ਮੈਂ ਆਪਣਾ ਪੈਰ ਪਾਇਆ, ਕਿਉਂਕਿ ਮੇਰੇ ਡੀਪੀ ਸਾਹਿਬ ਸਰਦਾਰ ਹਰਦੇਵ ਸਿੰਘ ਜੀ ਕਹਿੰਦੇ ਹੁੰਦੇ ਸੀ, ਪੁੱਤ ਤੇਰਾ ਜਿਹੜਾ ਆ ਤੇਰੀ ਜ਼ਿੰਦਗੀ ਨੂੰ ਜਿਹੜੀ ਸਪੋਰਟਸ ਹੀ ਸੁਧਾਰ ਸਕਦੀ ਆ। ਤੇ ਉਹ ਦਿੱਤੀ ਹੋਈ ਮੋਟੀਵੇਸ਼ਨ ਮੈਂ ਆਪਣੇ ਜਿਹੜੇ ਟੀਚਰ ਦੇ ਜਿਹੜੇ ਸ਼ਬਦਾਂ ਨੂੰ ਰੱਬ ਦੇ ਸ਼ਬਦ ਮੰਨ ਕੇ ਉਸ ਲਾਈਨ ਨੂੰ ਫੜ ਲਿਆ। ਤੇ ਉਹ ਤੋਂ ਬਾਅਦ ਮੈਂ ਖੇਡਾਂ ਦੇ ਵਿੱਚ ਜਦੋਂ ਪੈਰ ਰੱਖਿਆ, ਠੀਕ ਹੈ, ਲੁਧਿਆਣਾ ਡਿਸਟ੍ਰਿਕਟ ਦਾ ਮੈਂ ਕੱਲਾ ਐਸਾ ਪਲੇਅਰ ਸੀਗਾ ਜਿਹੜਾ ਕਿ ਪੰਜਾਬ ਟੀਮ ਦੇ ਵਿੱਚ ਸਕੂਲ ਨੈਸ਼ਨਲ ਦੇ ਵਿੱਚ ਸਿਲੈਕਟ ਹੋਇਆ ਤੇ ਆਪਣੇ ਲੁਧਿਆਣੇ ਦਾ, ਆਪਣੇ ਇਸ ਸਕੂਲ ਦਾ, ਆਪਣੇ ਏਰੀਏ ਦਾ ਨਾਮ ਰੋਸ਼ਨ ਕਰਕੇ ਆਇਆ। ਜਦੋਂ ਟੀਮ ਦੇ ਵਿੱਚ ਸਿਲੈਕਸ਼ਨ ਹੋਈ ਮੇਰੀ ਪੰਜਾਬ ਦੇ ਵਿੱਚ, ਉਹ ਤੋਂ ਬਾਅਦ ਪੰਜਾਬ ਦੀ ਜਿਹੜੀ ਬਾਗਡੋਰ ਹੈ ਮੇਰੇ ਹੱਥਾਂ ਵਿੱਚ ਸੀਗੀ। ਤੇ ਉਸ ਤੋਂ ਬਾਅਦ ਮੈਂ ਪੰਜਾਬ ਦਾ ਜਿਹੜਾ ਆ ਝੰਡਾ ਲੈ ਕੇ ਐਮਪੀ ਇੰਦੌਰ ਦੇ ਵਿੱਚ ਜਾਣਾ ਆ ਤੇ ਪੰਜਾਬ ਦਾ ਝੰਡਾ ਉੱਥੇ ਮੈਂ ਗੱਡ ਕੇ ਆਉਣਾ ਆ ਕਿ ਵੀ ਹਾਂ ਵੀ ਆ ਲਓ ਜੀ ਪੰਜਾਬੀ ਆ ਗਏ ਆ ਤੇ ਜਿੱਤ ਕੇ ਉੱਥੋਂ ਆਏ ਆ। ਉਸ ਤੋਂ ਬਾਅਦ ਅਸੀਂ ਪੰਜਾਬ ਦੀ ਜਿਹੜੀ ਮਿੱਟੀ ਦੇ ਵਿੱਚ ਆਪਣੇ ਹੁਨਰ ਨੂੰ ਹੋਰ ਤੇਜ਼ ਕਰਦੇ ਹੋਏ ਲਗਾਤਾਰ ਹੋਰ ਮੈਡਲ ਪ੍ਰਾਪਤ ਕਰਦੇ ਰਹੇ। ਉਸ ਤੋਂ ਬਾਅਦ ਗੱਲ ਇਹ ਆ ਕਿ ਵੀ ਹਾਂ ਵੀ ਜਦੋਂ ਮਿੱਟੀ ਨਾਲ ਮਿੱਟੀ ਹੋ ਕੇ ਅਸੀਂ ਗਾਂ ਮੈਡਲਾਂ ਵੱਲ ਵੱਧ ਰਹੇ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਵੀ ਹਾਂ ਵੀ ਜਿਹੜਾ ਸਾਡਾ ਭਵਿੱਖ ਜੋ ਉਜਵਲ ਨਹੀਂ ਹੋ ਰਿਹਾ ਜਾ ਰਿਹਾ, ਬਲਕਿ ਸਾਡਾ ਭਵਿੱਖ ਡੁੱਬਣ ਜਾ ਰਿਹਾ ਵਾ, ਠੀਕ ਹੈ ਨਾ। ਉਦੋਂ ਤਾਂ ਖੇਡਾਂ ਦੀਆਂ ਗੱਲਾਂ ਸੀਗੀਆਂ, ਹੱਸ ਖੇਡ ਕੇ ਸਮੇਂ ਦਾ ਪਤਾ ਹੀ ਲੱਗਦਾ ਸੀਗਾ ਕਿ ਵੀ ਹਾਂ ਵੀ ਕਿੱਦਾਂ ਜ਼ਿੰਦਗੀ ਨੂੰ ਗੁਜ਼ਾਰਨਾ ਹੈ, ਕਿੱਦਾਂ ਨਹੀਂ ਗੁਜ਼ਾਰਨਾ ਹੈ, ਕਿਉਂਕਿ ਸੰਘਰਸ਼ ਦੇ ਵਿੱਚ ਪਤਾ ਨਹੀਂ ਲੱਗਦਾ। ਉਸ ਵੇਲੇ ਇਹ ਲੱਗਦਾ ਵਾ ਕਿ ਸ਼ਾਇਦ ਹਾਲੇ ਐਜੂਕੇਸ਼ਨ ਜਾਂ ਪੜ੍ਹਾਈ ਨਹੀਂ ਪੂਰੀ ਹੋਈ, ਤਾਂ ਕਰਕੇ ਕੁਝ ਸੁਣਦੇ ਨਹੀਂ ਪਏ, ਜਾਂ ਫਿਰ ਅਸੀਂ ਹੋਰ ਚੰਗੇ ਲੈਵਲ ਤੇ ਹੋਰ ਨਹੀਂ ਖੇਡ ਸਕੇ, ਤਾਂ ਨਹੀਂ ਸਾਡੀ ਸੁਣਵਾਈ ਹੋ ਰਹੀ। ਲੇਕਿਨ ਅਸੀਂ ਇੱਕ ਨੈਸ਼ਨਲ ਆਲ ਇੰਡੀਆ ਇੰਟਰਵਰਸਿਟੀ ਤੱਕ ਮੈਡਲ ਲੈ ਲਏ। ਉਸ ਤੋਂ ਬਾਅਦ ਮੈਂ ਜੇ ਤੁਹਾਨੂੰ ਪੜ੍ਹਾਈ ਦੀ ਮੇਰੀ ਜਿਹੜੀ ਗੱਲ ਕਰਾਂ, +2 ਤੋਂ ਬਾਅਦ ਮੈਂ ITI ਕੀਤੀ, ਠੀਕ ਹੈ ਨਾ। ITI ਤੋਂ ਬਾਅਦ ਮੈਂ BA ਕੀਤੀ, BA ਤੋਂ ਬਾਅਦ ਮੈਂ BPEd, ਫਿਰ MPEd ਤੇ ਫਿਰ MPhil ਕੀਤੀ। ਇਹ ਜਿਹੜਾ ਸਫ਼ਰ ਹੈ ਨਾ ਇਹਨਾਂ ਦਾ, ਮੈਂ ਡਿਗਰੀਆਂ ਤਾਂ ਬੜੀ ਛੇਤੀ ਗਣਾਤੀਆਂ, ਲੇਕਿਨ ਇਹ ਡਿਗਰੀਆਂ ਇੰਨੀ ਛੇਤੀ ਹੋਈਆਂ ਨਹੀਂ, ਠੀਕ ਹੈ ਨਾ। ਮੇਰੇ ਪਰਿਵਾਰ ਦਾ, ਠੀਕ ਹੈ ਨਾ, ਮੇਰੇ ਪੂਰੇ ਪਰਿਵਾਰ ਦਾ, ਮੇਰੇ ਦੋਸਤਾਂ ਦਾ ਪੂਰਾ ਮੇਰੇ ਜਿਹੜਾ ਹੈਗਾ ਆ ਪੂਰੀ ਮਤਲਬ ਜ਼ੋਰ ਲੱਗਿਆ ਆ। ਮੇਰੀ ਮਾਤਾ ਪਿਤਾ ਦੇ ਗਹਿਣੇ ਤੱਕ ਵੀ ਆਪਣਾ ਗਹਿਣੇ ਰੱਖੇ ਗਏ ਸੀਗੇ। ਉਸ ਤੋਂ ਬਾਅਦ ਇੱਕ ਮਜ਼ਦੂਰ ਘਰ ਦਾ ਬੱਚਾ, ਠੀਕ ਹੈ ਨਾ, ਕਿੰਨਾ ਕੁ ਹੋਰ ਜ਼ੋਰ ਲਾ ਸਕਦਾ ਸੀਗਾ ਦੀਵੇ ਦੀ ਰੋਸ਼ਨੀ ਦੇ ਵਿੱਚ, ਠੀਕ ਹੈ, ਕਿਉਂਕਿ ਘਰ ਦੇ ਵਿੱਚ ਲਾਈਟ ਨਹੀਂ ਸੀ, ਘਰ ਕਿਰਾਏ ਤੇ ਸੀਗਾ। ਦੀਵੇ ਦੀ ਰੋਸ਼ਨੀ ਦੇ ਵਿੱਚ ਮੈਂ ਪੜ੍ਹਦਾ ਰਿਹਾ, ਠੀਕ ਹੈ ਨਾ। ਜਦੋਂ ਤੇਲ ਖਤਮ ਹੋ ਜਾਂਦਾ ਸੀ ਤੇ ਤਾਂ ਬੁੱਕ ਕਿਤਾਬ ਨੂੰ ਬੰਦ ਕਰਦਾ ਸੀ, ਜਾਂ ਫਿਰ ਜਦੋਂ ਮੇਰੇ ਨੱਕਾਂ ਦੇ ਵਿੱਚ ਗੋਲਕ ਵੜ ਜਾਂਦੀ ਸੀ ਤੇ ਬਹੁਤਾ ਹੀ ਮਤਲਬ ਸਿਰ ਸੁਰ ਦੁਖਣ ਲੱਗ ਜਾਂਦਾ ਸੀ, ਤਾਂ ਮੈਂ ਆਪਣੀ ਕਿਤਾਬ ਨੂੰ ਸਾਈਡ ਤੇ ਰੱਖ ਕੇ ਉਸ ਤੋਂ ਬਾਅਦ ਉਸ ਕਿਤਾਬ ਨੂੰ ਬੰਦ ਕਰਦਾ ਹੁੰਦਾ ਸੀ। ਕਿਉਂਕਿ ਕਾਰਨ ਕੀ ਆ ਕਿ ਹਾਂ ਵੀ ਦੁਪਹਿਰੇ ਖੇਡਣਾ, ਪਹਿਲਾਂ ਸਕੂਲ ਜਾਣਾ, ਉਹ ਤੋਂ ਬਾਅਦ ਸਕੂਲ ਤੋਂ ਬਾਅਦ ਖੇਡ ਦੇ ਮੈਦਾਨ ਵਿੱਚ ਜਾਣਾ, ਠੀਕ ਹੈ ਨਾ, ਉੱਥੇ ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਪੂਰਾ ਖੇਡ ਕੇ ਆਣਾ। ਉਸ ਤੋਂ ਬਾਅਦ ਫਿਰ ਕਿਤਾਬਾਂ ਦਾ ਸਹਾਰਾ ਲਿੱਤਾ ਹੋਇਆ ਸੀਗਾ, ਕਿਉਂਕਿ ਇਕੱਲਾ ਖੇਡਾਂ ਨਾਲ ਵੀ ਕੁਝ ਨਹੀਂ ਬਣਦਾ। ਸਾਡਾ ਇਹ ਸੀਗਾ ਕਿ ਵੀ ਹਾਂ ਵੀ ਕਿ ਸਾਡਾ ਪੜ੍ਹਾਈ ਦੇ ਨਾਲ ਵੀ ਹੱਲ ਹੋ ਸਕਦਾ, ਅਸੀਂ ਪੜ੍ਹਾਈ ਨੂੰ ਤੇ ਖੇਡਾਂ ਨੂੰ ਦੋਵਾਂ ਨੂੰ ਬਰਾਬਰ ਲੈ ਕੇ ਚੱਲੇ। ਉਸ ਤੋਂ ਬਾਅਦ ਸਰ ਗੱਲ ਇਹ ਆ ਕਿ ਵੀ ਮੇਰੇ ਕੋਲ ਸੋਰਸ ਨਹੀਂ ਸੀਗੇ, ਮੈਂ ਪੈਦਲ ਹੀ ਜੇ ITI ਜਾਂਦਾ ਸੀਗਾ ਇਸੇ ਏਰੀਆ ਤੋਂ ਜਿੱਥੇ ਅੱਜ ਤੁਸੀਂ ਆਏ ਹੋ, ਠੀਕ ਹੈ ਨਾ, ਇੱਥੇ ਹੀ ਪੈਦਲ ਜਾਂਦਾ ਸੀਗਾ ITI ਦੇ ਵਿੱਚ, ਨਹਿਰ ਦੇ ਕੋਲ, ਗਿੱਲਾਂ ਵਾਲੀ ਨਹਿਰ ਹੈ ਜਿੱਥੇ, ਉੱਥੇ ITI ਆ, ਪੈਦਲ ਹੀ ਜਾਂਦਾ ਹੁੰਦਾ ਸੀਗਾ। ਮੇਰਾ ਗਵਰਨਮੈਂਟ ਕਾਲਜ ਦੇ ਵਿੱਚ ਮੈਂ ਜਦੋਂ ਜਾਂਦਾ ਸੀਗਾ, ਠੀਕ ਹੈ ਨਾ, ਇੱਥੋਂ ਆਪਣੇ ਉੱਥੇ ਵੀ ਮੈਂ ਪੈਦਲ ਹੀ ਸਫ਼ਰ ਕਰਦਾ ਸੀਗਾ, ਠੀਕ ਹੈ ਨਾ। ਕਈ ਵਾਰ ਮੇਰੇ ਕੋਚ ਸਾਹਿਬ ਕਹਿੰਦੇ ਹੁੰਦੇ ਸੀ, ਠੀਕ ਹੈ ਨਾ, ਉਹ ਸਤੀਸ਼ ਲੇਟ ਕਿਉਂ ਆਇਆ ਵਾਂ, ਠੀਕ ਹੈ ਨਾ, ਤੇ ਮੇਰੇ ਕੋਲ ਕੋਈ ਗੱਲ ਨਹੀਂ ਹੁੰਦੀ ਸੀ ਤੇ ਮੈਂ ਕਹਿੰਦਾ ਸਰ ਕਿ ਵੀ ਹਾਂ ਵੀ ਮੈਂ ਪਸੀਨੋ ਪਸੀਨੀ ਹੋਇਆ ਹੁੰਦਾ ਸੀਗਾ, ਤੇ ਮੇਰੇ ਕੋਚ ਸਾਹਿਬ ਕਹਿੰਦੇ ਸੀ ਲੇਟ ਕਿਉਂ ਆਇਆ ਵਾਂ। ਤੇ ਕਈ ਵਾਰ ਇਹ ਹੁੰਦਾ ਸੀਗਾ ਕਿ ਵੀ ਹਾਂ ਵੀ ਇੰਨਾ ਮਤਲਬ ਕਿ ਫਟੀਕ ਆ ਜਾਂਦੀ ਸੀਗੀ ਕਿ ਵੀ ਹਾਂ ਸਰੀਰ ਦੇ ਵਿੱਚ, ਲੇਕਿਨ ਫਿਰ ਵੀ ਡਾਈਟ ਵੀ ਨਹੀਂ ਹੁੰਦੀ ਸੀ ਕਈ ਵਾਰ ਖਾਣ ਦੇ ਲਈ, ਫਿਰ ਵੀ ਅਸੀਂ ਆਪਣਾ ਮਿਹਨਤ ਕਰਦੇ ਸੀਗੇ, ਠੀਕ ਹੈ ਨਾ। ਤੇ ਕੋਚ ਸਾਹਿਬ ਵੀ ਸਾਡੇ ਮਤਲਬ ਕਿ ਪੂਰਾ ਵੱਟ ਉੱਥੇ ਸਾਡਾ ਕਢਾਉਂਦੇ ਸੀ। ਕਿੰਨੇ ਸਾਲ ਤੁਸੀਂ ਮਤਲਬ ਕਿ ਇਸ ਸਪੋਰਟਸ ਨੂੰ ਦਿੱਤੇ ਆ, ਤੇ ਕਿਹੜੇ ਜਿਹੜੀ ਹੈਗੀਆਂ ਚੈਂਪੀਅਨਸ਼ਿਪ ਤੁਸੀਂ ਜਿੱਤ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਤੇ ਸਾਨੂੰ ਥੋੜਾ ਬਰੀਫ ਦੇ ਵਿੱਚ ਦੱਸੋ। ਸਰ ਗੱਲ ਇੱਦਾਂ ਆ ਕਿ ਵੀ ਪੰਜਾਬ ਤੋਂ ਲੈ ਕੇ ਭਾਰਤ ਦਾ ਕੋਈ ਐਸਾ ਪ੍ਰਾਂਤ ਨਹੀਂ ਜਿੱਥੇ ਮੈਂ ਨਾ ਗਿਆ ਹੋਵਾਂ, ਤੇ ਆਪਣਾ ਜਿਹੜੇ ਇਹ ਗਵਾਹ ਇਸ ਗੱਲ ਦੇ ਹੈਗੇ ਆ, ਮੇਰੀਆਂ ਟਰੋਫੀਜ਼ ਹੈਗੀਆਂ, ਠੀਕ ਹੈ ਨਾ। ਮੇਰੇ ਸਕੂਲਾਂ ਕਾਲਜਸ ਮੇਰੀ ਜਿਹੜੀ ਟਰੋਫੀਜ਼ ਪਈਆਂ ਨੇ, ਠੀਕ ਹੈ ਨਾ। ਮੇਰੇ ਛੱਤ ਦੇ ਉੱਪਰ ਵੀ ਬਹੁਤ ਜ਼ਿਆਦਾ ਟਰੋਫੀਜ਼ ਪਈਆਂ ਨੇ, ਠੀਕ ਹੈ ਨਾ। ਆਹ ਸਰਟੀਫਿਕੇਟ ਮੇਰੇ ਸਾਰੇ ਗਵਾਹ ਹੈਗੇ ਆ, ਠੀਕ ਹੈ ਨਾ। ਇਸ ਤੋਂ ਇਲਾਵਾ, ਠੀਕ ਹੈ ਨਾ, ਇਹ ਫਾਈਲਾਂ ਇੱਕ ਨਹੀਂ ਹੈਗੀ,
ਫਾਈਲਾਂ ਹੋਰ ਵੀ ਬੜੀਆਂ ਨੇ ਜਿਹੜੀਆਂ ਮੇਰੇ ਸਰਟੀਫਿਕੇਟਸ ਦੀ ਭਰੀਆਂ ਹੋਈਆਂ ਨੇ, ਠੀਕ ਹੈ ਨਾ। ਮੈਂ ਸਰ ਯਾਨੀ ਕਿ ਭਾਰਤ ਦਾ ਕੋਈ ਇੱਕ ਕੋਨਾ ਵੀ ਨਹੀਂ ਹੈਗਾ, ਠੀਕ ਹੈ ਨਾ। ਇਹ ਤੁਸੀਂ ਸਰਟੀਫਿਕੇਟ ਵਿੱਚ ਦੇਖਦੇ ਹੋ ਕਿਤੇ ਉੜੀਸਾ ਆ, ਕੋਈ ਗੋਆ ਆ, ਠੀਕ ਹੈ ਨਾ, ਕੇਰਲਾ ਆ, ਠੀਕ ਹੈ ਨਾ, ਏਪੀ ਆ, ਕਿੱਥੇ ਵੀ ਜਾ ਕੇ ਅਸੀਂ ਪੰਜਾਬ ਦੇ ਨਾਮ ਨੂੰ ਰੋਸ਼ਨ ਕੀਤਾ। ਲੇਕਿਨ ਅੱਜ ਪੰਜਾਬ ਦੀ ਸਰਕਾਰਾਂ ਜੇਕਰ ਅਸੀਂ ਉਸ ਨਾਮ ਨੂੰ ਬਚਾ ਕੇ ਆਏ ਆ, ਬਣਾ ਕੇ ਆਏ ਆ, ਤੇ ਅੱਜ ਜਿਹੜੇ ਮੇਰੇ ਫਰੈਂਡਸ ਹੈਗੇ ਇਹਨਾਂ ਨਿਊਜ਼ ਨੂੰ ਦੇਖਦੇ ਆ ਤੇ ਉਹ ਸਵਾਲ ਵੀ ਖੜਾ ਕਰਦੇ ਆ ਕਿ ਵੀ ਇੰਨੀ ਚੋਟੀ ਦੇ ਪਲੇਅਰ, ਠੀਕ ਹੈ ਨਾ, ਅੱਜ ਕਿਵੇਂ, ਠੀਕ ਹੈ ਨਾ, ਉਹਨਾਂ ਦਾ ਭਵਿੱਖ ਉਜੜ ਗਿਆ ਆ। ਕਿਉਂਕਿ ਮੈਂ ਕੱਲਾ ਹੀ ਨਹੀਂ ਉਜੜਿਆ, ਠੀਕ ਹੈ ਨਾ। ਮੇਰੇ ਜਿਹੜੇ ਵਿਦਿਆਰਥੀ, ਉਹ ਤੋਂ ਬਾਅਦ ਮੈਂ ਕੋਚਿੰਗ ਲਾਈਨ ਦੇ ਵਿੱਚ ਵੀ ਆਇਆ, ਕੋਚਿੰਗ ਦੇ ਵਿੱਚ ਵੀ ਮੈਂ ਨੈਸ਼ਨਲ ਤੇ ਇੰਟਰਨੈਸ਼ਨਲ ਦੋਵੇਂ ਤਰ੍ਹਾਂ ਦੇ ਪਲੇਅਰ ਤਿਆਰ ਕੀਤੇ, ਠੀਕ ਹੈ ਨਾ। ਉਸ ਤੋਂ ਬਾਅਦ ਜਿਹੜੇ ਉਹ ਖਿਡਾਰੀ, ਕਈ ਖਿਡਾਰੀ, ਮੈਂ ਤੇ ਨਸ਼ਿਆਂ ਵਿੱਚ ਨਹੀਂ ਪਿਆ, ਠੀਕ ਹੈ ਨਾ। ਮੈਨੂੰ ਇਹ ਸੀਗਾ ਕਿ ਵੀ ਮੈਂ ਜਿਹੜੇ ਘਰ ਤੋਂ ਸੀਗਾ, ਕਿਉਂਕਿ ਮੇਰੀ ਮੰਮੀ ਦਾ ਮੈਂ ਕੱਲਾ ਸਹਾਰਾ ਸੀਗਾ, ਲੇਕਿਨ ਕਈ ਬੱਚਿਆਂ ਨੂੰ ਸੇਧ ਨਹੀਂ ਦੇ ਸਕੇ ਅਸੀਂ, ਕਿਉਂਕਿ ਸਾਡੇ ਕੋਲ ਸਪੋਰਟਸ ਖੇਡਦੇ ਵੇਲੇ ਸਾਡੇ ਕੋਲ ਆ। ਉਸ ਤੋਂ ਬਾਅਦ ਉਹਨਾਂ ਏਰੀਏ ਦਾ ਕੀ ਇਫੈਕਟ ਪੈਂਦਾ ਉਹਨਾਂ ਉੱਤੇ, ਕਈ ਨਸ਼ਿਆਂ ਵਿੱਚ ਪੈ ਗਏ। ਇੱਕ ਬੱਚੇ ਦੀ ਨਸ਼ਾ ਕਰਕੇ ਡੈਥ ਵੀ ਹੋਈ ਆ, ਈਵਨ ਦੈਨ ਕਿ ਨੈਸ਼ਨਲ ਪਲੇਅਰ ਸੀਗਾ ਉਹ। ਉਸ ਤੋਂ ਇਲਾਵਾ ਅੱਜ ਵੀ ਸੌਟਬਾਲ ਦੇ ਪਤਾ ਨਹੀਂ ਕਿੰਨੇ ਪਲੇਅਰ ਨਸ਼ਿਆਂ ਦੇ ਵਿੱਚ ਪਏ ਆ। ਕਾਰਨ ਇਹ ਆ ਕਿ ਵੀ ਮੈਨੂੰ ਦੁੱਖ ਹੈਗਾ ਵਾ ਕਿ ਵੀ ਹਾਂ ਵੀ ਜਿਹੜੇ ਮੇਰੇ ਬੱਚੇ ਆ ਕਈ ਨਸ਼ਿਆਂ ਦੇ ਵਿੱਚ ਪੈ ਚੁੱਕੇ ਆ, ਠੀਕ ਹੈ ਨਾ। ਸਰਕਾਰਾਂ ਨੂੰ ਹੁਣ ਸੋਚਣਾ ਚਾਹੀਦਾ ਆ ਕਿ ਸਮਾਜ ਦੇ ਵਿੱਚ ਜਿਹੜਾ ਕਿ ਸਪੋਰਟਸ ਵਾਲੇ ਬੱਚੇ, ਠੀਕ ਹੈ ਨਾ, ਇੱਕ ਚੰਗੇ ਸਮਾਜ ਨੂੰ ਸਿਰਜ ਸਕਦੇ ਸੀਗੇ, ਲੇਕਿਨ ਉਹਨਾਂ ਦਾ ਕੀ ਭਵਿੱਖ ਅਸੀਂ ਬਣਾ ਰਹੇ ਆ। ਸਰ ਇੱਕ ਗੱਲ ਇਹ ਹੈ ਕਿ ਵੀ ਮੈਂ ਨਾ ਐਮਫਿਲ ਕਰਨ ਤੋਂ ਬਾਅਦ ਵੀ ਆ ਜੁੱਤੀਆਂ ਤੁਸੀਂ ਮੇਰੇ ਘਰ ਦੇ ਵਿੱਚ ਦੇਖ ਰਹੇ ਹੋ, ਇਹ ਜੁੱਤੀਆਂ ਦੇ ਢੇਰ ਐਵੇਂ ਨਹੀਂ ਪਏ, ਇਹ ਮੈਂ ਫੜੀ ਤੱਕ ਲਾਈ ਆ, ਠੀਕ ਹੈ ਨਾ। ਰੋਡ ਦੇ ਉੱਤੇ ਫੜੀ ਤੱਕ ਲਾ ਕੇ ਮੈਂ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਰਿਹਾ ਵਾਂ। ਆਸ ਕੀ ਸੀਗੀ ਕਿ ਵੀ ਹਾਂ ਵੀ ਪੰਜਾਬ ਸਰਕਾਰ ਸ਼ਾਇਦ ਮੇਰੇ ਖੇਡੇ ਦਾ, ਮੇਰੀ ਪੜ੍ਹਾਈ ਦਾ ਮੁੱਲ ਮੈਨੂੰ ਮੋੜੇਗਾ। ਲੇਕਿਨ ਅੱਜ ਦੀ ਕਹਾਣੀ ਮੈਂ ਤੁਹਾਨੂੰ ਦੱਸਾਂ ਸਰ ਕਿ ਅੱਜ ਦੀ ਜਿਹੜੀ ਰੀਅਲ ਸਟੋਰੀ ਆ, ਉਹ ਨਾ ਤੁਸੀਂ ਚਾਹੇ ਮੇਰੇ ਨਾਲ ਚੱਲੋ। ਮੇਰੇ ਮੰਮੀ ਜਿੱਥੇ ਫੈਕਟਰੀ 'ਤੇ ਕੰਮ ਕਰਨ ਗਏ ਆ, ਠੀਕ ਹੈ ਨਾ, 300 ਰੁਪਏ ਦਿਹਾੜੀ 'ਤੇ ਮੇਰੇ ਮੰਮੀ ਕੰਮ ਕਰਨ ਗਏ ਆ। ਕਾਰਨ ਕੀ ਆ, ਮੈਂ ਘਰੇ ਕਿਉਂ ਬੈਠਾ ਵਾਂ? ਮੈਂ ਇਸੇ ਕਾਰਨ ਬੈਠਾ ਵਾਂ ਕਿ ਮੈਂ ਇਹਨਾਂ ਮੈਡਲਸ ਨੂੰ, ਠੀਕ ਹੈ ਨਾ, ਝਾੜਦਾ ਪੁੰਜਦਾ ਪਿਆ ਵਾਂ, ਠੀਕ ਹੈ ਨਾ। ਆ ਜਿਹੜਾ ਮੇਰਾ ਹੱਕ ਬਣਦਾ 125 ਪੋਸਟਾਂ ਦੇ ਵਿੱਚ ਜਿਹੜਾ ਮੇਰਾ ਨਾਮ ਹੈ, ਠੀਕ ਹੈ ਨਾ, ਮੈਂ ਡਾਇਰੈਕਟਰ ਸਪੋਰਟਸ ਨੂੰ ਵੀ ਮਿਲਾਂਗਾ, ਮੈਂ ਆਪਣਾ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਵੀ ਮਿਲਾਂਗਾ ਤੇ ਉਹਨਾਂ ਨੂੰ ਕਹਾਂਗਾ ਕਿ ਹਾਂਜੀ ਸਰ ਦੇਖੋ ਮੈਂ ਇੰਨੇ ਮੈਡਲ ਜਿੱਤੇ ਹੋਏ ਆ ਤੇ ਮੇਰਾ ਹੱਕ ਕਿੱਥੇ ਆ। ਮੇਰੇ ਮਾਤਾ ਜੀ ਭਾਵੇਂ ਬਿਮਾਰ ਹੋਣ, ਜਵਾਰ ਹੋਣ, ਜਿਵੇਂ ਮਰਜ਼ੀ। ਤੁਸੀਂ ਆਪਣਾ ਹੱਕ ਮੰਗ ਰਹੇ ਹੋ, ਕਾਫੀ ਲੰਬਾ ਸਮਾਂ ਤੁਸੀਂ ਸਪੋਰਟਸ ਖੇਡਿਆ, ਸਰਕਾਰਾਂ ਦੇ ਨਾਲ ਰਾਬਤਾ ਵੀ ਕਾਇਮ ਕੀਤਾ, ਸਰਕਾਰਾਂ ਨੇ ਤੁਹਾਡੀ ਪ੍ਰਸ਼ੰਸਾ ਵੀ ਕੀਤੀ ਹੋਊਗੀ ਕਿਉਂਕਿ ਇਹ ਸਰਟੀਫਿਕੇਟ ਦੱਸਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਮਿਹਨਤ ਤੁਹਾਡੀ ਜਿਹੜੀ ਹੈਗੀ ਆ ਤੁਸੀਂ ਕੀਤੀ ਆ। ਪਰ ਜੇ ਗੱਲ ਕੀਤੀ ਜਾਵੇ, ਸਰਕਾਰਾਂ ਵੱਲੋਂ ਬਹੁਤ ਦਾਅਵੇ ਕੀਤੇ ਜਾਂਦੇ ਨੇ ਕਿ ਸਪੋਰਟਸ ਕੋਟੇ ਦੇ ਵਿੱਚ ਖਿਡਾਰੀਆਂ ਨੂੰ ਵੱਡੇ ਜਿਹੜੇ ਹੈਗੇ ਆ ਨੌਕਰੀਆਂ ਦਿੱਤੀਆਂ ਗਈਆਂ ਨੇ। ਤੁਹਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਕੋਈ ਵਾਅਦਾ ਕੀਤਾ ਗਿਆ? ਸਰ ਗੱਲ ਇੱਦਾਂ ਆ, ਇਹ ਵਾਅਦੇ ਅਨੁਸਾਰ ਹੀ 125 ਪੋਸਟਾਂ ਦੇ ਵਿੱਚ ਮੇਰਾ ਨਾਮ ਆਇਆ, ਠੀਕ ਹੈ ਨਾ। ਸਬ ਇੰਸਪੈਕਟਰ ਦੀ ਪੋਸਟ ਆ ਸਰ, ਠੀਕ ਹੈ ਨਾ। ਆਹ ਦੇਖੋ, ਆਹ ਗੇਮ ਦਾ ਨਾਮ ਵੀ ਆ ਸੌਟਬਾਲ, ਠੀਕ ਹੈ ਨਾ। ਉਸ ਤੋਂ ਬਾਅਦ ਆ ਮੇਰਾ ਨਾਮ ਹੈ, ਠੀਕ ਹੈ ਨਾ। ਆ ਇੱਥੇ ਆ ਗਿਆ, ਇਹ 11ਵੇਂ ਨਾਮ ਤੇ ਸਤੀਸ਼ ਕੁਮਾਰ ਹੈ, ਇਹ ਵੀ ਮੁੰਡਾ ਦੀਪਕ ਕੁਮਾਰ ਹੈ, ਇਹ ਵੀ ਸੌਟਬਾਲ ਦਾ ਹੀ ਆ, ਠੀਕ ਹੈ ਨਾ। ਯਾਨੀ ਕਿ ਇਹ ਨਾਮ ਤੇ ਹੈਗੇ ਆ ਸਾਡੇ ਆਲਰੇਡੀ ਇਹਦੇ ਵਿੱਚ। ਯਾਨੀ ਕਿ ਮੈਂ ਇਹ ਨਹੀਂ ਕਹਿੰਦਾ ਹੁਣ ਪੰਜਾਬ, ਇਹ ਜਿਹੜੀ ਪੋਸਟਾਂ ਸੀਗੀਆਂ ਇਹ ਕਦੋਂ ਨਿਕਲੀਆਂ ਸੀਗੀਆਂ ਤੇ ਕਿਹੜੇ ਸਾਲ ਦੀ ਗੱਲ ਹੈ ਤੇ ਇਹ ਕੀ ਥੋੜਾ ਡਿਟੇਲ ਹੈ ਦੱਸ ਦਿਓ। ਸਰ 2016 ਦੇ ਵਿੱਚ ਸਪੋਰਟਸ ਬੇਸ ਤੇ ਡਾਇਰੈਕਟ ਨਿਕਲੀਆਂ ਸੀਗੀਆਂ ਇਹ, ਵਿਦਆਊਟ ਐਨੀ ਇੰਟਰਵਿਊ ਤੇ ਵਿਦਆਊਟ ਐਨੀ ਫਿਜ਼ੀਕਲ। ਇਹ ਸਾਰਾ ਨਾ ਸਿਰਫ ਕਾਬਲੀਅਤ ਦੇ ਆਧਾਰ ਤੇ, ਤਰਸ ਦੇ ਆਧਾਰ ਤੇ ਨਹੀਂ, ਕਾਬਲੀਅਤ ਦੇ ਆਧਾਰ ਤੇ ਨਾਮ ਇਹ ਆਇਆ ਸੀਗਾ, ਠੀਕ ਹੈ ਨਾ। ਅੱਜ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਵੀ ਉਹ ਪੋਸਟਾਂ ਦੇ ਉੱਤੇ ਚੋਣ ਜਾਬਤਾ ਲੱਗ ਗਿਆ, ਠੀਕ ਹੈ ਨਾ ਸਰ। ਇਹਨਾਂ ਤੇ ਰੋਕ ਵੀ ਲੱਗੀ, ਕੋਰਟ ਵਿੱਚ ਕੇਸ ਵੀ ਚੱਲਦਾ ਆ। ਲੇਕਿਨ ਜਿੱਥੇ 5 ਸਾਲ ਬੀਤ ਗਏ ਉਹਨਾਂ ਨੂੰ, ਠੀਕ ਹੈ ਨਾ, ਤੇ ਉਸ ਤੋਂ ਬਾਅਦ ਕੋਰਟ ਦੇ ਵਿੱਚ ਇਹੋ ਜਿਹਾ ਤੁਹਾਨੂੰ ਪਤਾ ਹੀ ਹੈ ਸਿਸਟਮ ਸਾਡਾ ਕਿੱਦਾਂ ਦਾ ਆ, 5 ਸਾਲ ਹੋਰ ਵੀ ਲੱਗ ਸਕਦੇ ਆ। ਲੇਕਿਨ ਕੀ ਉਹ 5 ਸਾਲ, ਆਉਣ ਵਾਲੇ 5 ਸਾਲ ਮੇਰੀ ਮਾਤਾ ਜੀ ਇੱਦਾਂ ਹੀ ਦਿਹਾੜੀ ਕਰਦੇ ਰਹਿਣਗੇ 300 ਰੁਪਏ ਦੇ ਵਿੱਚ, ਜਾਂ ਫਿਰ ਮੈਂ ਇੱਦਾਂ ਘਰੇ ਬੈਠਾ ਰਵਾਂਗਾ, ਠੀਕ ਹੈ ਨਾ। ਇਹ ਹੈ ਗੱਲ ਕਿ ਮੈਂ ਇਹ ਕਹਿਣਾ ਵਾਂ ਕਿ ਵੀ ਹਾਂ ਵੀ ਤੁਸੀਂ ਪੋਸਟਾਂ ਕੱਢਣੀਆਂ ਨਹੀਂ ਹਲੇ, ਠੀਕ ਹੈ ਨਾ। ਮੈਂ ਤਾਂ ਇਹ ਕਹਿੰਦਾ ਜਿਹੜੀ ਪੋਸਟਾਂ ਜਿਹੜੀ ਸਾਡੇ ਹੈਗੇ ਆ ਨਾ, ਇਹ ਖਾਲੀ ਵੀ ਪਈਆਂ ਨੇ ਪੋਸਟਾਂ, ਇਹਨਾਂ ਪੋਸਟਾਂ ਨੂੰ ਹੀ ਦੇ ਦਿਓ ਜਿਹਦੇ ਵਿੱਚ ਸਾਡਾ ਨਾਮ ਆਇਆ ਹੋਇਆ। ਅਸੀਂ ਹੋਰ ਕੀ ਮੰਗ ਕਰਦੇ ਪਏ ਆ? ਕਿੰਨੇ ਬੱਚੇ ਦਾ ਭਵਿੱਖ ਦਾ ਇੱਦਾਂ 16 ਦੇ ਵਿੱਚ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਗਵਰਨਮੈਂਟ ਸੀਗੀ, ਉਦੋਂ ਤੁਹਾਡੀਆਂ ਪੋਸਟਾਂ ਨਿਕਲੀਆਂ, ਤੁਹਾਡੀ ਸਬ ਇੰਸਪੈਕਟਰ ਦੇ ਨਾਮ ਤੇ ਤੁਹਾਡੀ ਜਿਹੜੀ ਹੈਗੀ ਆ ਪੋਸਟ ਵੀ ਨਿਕਲੀ। ਪਰ ਫਿਰ ਕੀ ਕਾਰਨ ਕੀ ਰਿਹਾ ਕਿ ਮਤਲਬ ਕਿ ਉਹ ਪੋਸਟ ਤੁਹਾਨੂੰ ਜਿਹੜੀ ਹੈਗੀ ਮਿਲੀ ਨਹੀਂ, ਸਬ ਇੰਸਪੈਕਟਰ ਦੀ ਨੌਕਰੀ ਮਿਲੀ ਕਿਉਂ ਨਹੀਂ? ਸਰ ਮੈਂ ਤੁਹਾਨੂੰ ਸੱਚ ਦੱਸਾਂ ਨਾ, ਇਸ ਕਾਰਨ ਦੀ ਇਨਵੈਸਟੀਗੇਸ਼ਨ ਮੈਂ ਵੀ 5 ਸਾਲ ਹੋ ਗਏ ਲੱਗਿਆ ਨੂੰ ਕਰਨ ਨੂੰ, ਠੀਕ ਹੈ ਨਾ। ਜਦੋਂ ਮੈਂ ਕਿਤੇ ਦਫ਼ਤਰ ਦੇ ਵਿੱਚ ਜਾਂਦਾ ਵਾਂ ਜਾਂ ਫਿਰ ਕੋਰਟ ਦੇ ਵਿੱਚ ਵੀ, ਸਾਨੂੰ ਸੈਟੀਸਫਾਈ ਕਰਨ ਵਾਲਾ ਆਨਸਰ ਹਾਲੇ ਤੱਕ ਨਹੀਂ ਮਿਲਿਆ। ਕਾਰਨ ਤਾਂ ਦੱਸੋ ਕਿ ਵੀ ਹਾਂ ਵੀ ਜਦੋਂ ਤੁਸੀਂ ਗੇਮ ਦੇ ਵਿੱਚ ਸਾਨੂੰ ਸਕਾਲਰਸ਼ਿਪ ਵੀ ਦਿੰਦੇ ਹੋ, ਸਾਨੂੰ ਐਡਮਿਸ਼ਨ ਵੀ ਦਿੰਦੇ ਹੋ, ਠੀਕ ਹੈ ਨਾ, ਸਾਨੂੰ ਅਵਾਰਡ ਵੀ ਦਿੰਦੇ ਹੋ। ਆਹ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਹੀ ਦਿੱਤਾ ਹੋਇਆ ਵਾ ਆਹ ਵਾਲਾ ਅਵਾਰਡ, ਠੀਕ ਹੈ ਨਾ। ਉਹ ਤੋਂ ਬਾਅਦ ਉਹ ਦੇਖੋ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਆ, ਠੀਕ ਹੈ ਨਾ। ਉਹ ਬਾਦਲ ਸਾਹਿਬ ਦੀ ਫੋਟੋ ਲੱਗੀ ਹੋਈ ਆ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫੋਟੋ ਹੈ, ਉਹ ਵੀ ਅਵਾਰਡ ਸੌਫਟਬਾਲ ਦੇ ਬੇਸ ਤੇ ਹੀ ਦਿੰਦੇ ਪਏ ਆ, ਠੀਕ ਹੈ ਨਾ। ਜੇਕਰ ਇਹ ਅਵਾਰਡ ਦੇ ਸਕਦੇ ਆ ਸਾਨੂੰ, ਇਹ ਐਡੇ ਵੱਡੀਆਂ ਟਰਾਫੀਆਂ ਦੇ ਸਕਦੇ ਆ, ਆ ਮੈਡਲ ਸਾਨੂੰ ਪੰਜਾਬ ਸਰਕਾਰ ਦੇ ਸਕਦੀ ਆ, ਠੀਕ ਹੈ ਨਾ, ਹੋਰ ਸਟੇਟਾਂ ਦੇ ਸਕਦੀਆਂ, ਤੇ ਫਿਰ ਨੌਕਰੀਆਂ ਦੇਣ ਨੂੰ ਕੀ ਤਕਲੀਫ ਆ,
ਠੀਕ ਹੈ ਨਾ। ਜੇਕਰ ਮੰਨ ਲਓ, ਮੈਂ ਇਹ ਨਹੀਂ ਕਹਿੰਦਾ ਕਿ ਵੀ ਐਮਐਲਏ ਦੇ ਕਿਸੇ ਬੇਟੇ ਨੂੰ ਨੌਕਰੀ ਮਿਲੀ ਤਾਂ ਮੈਂ ਔਖਾ ਆ, ਠੀਕ ਹੈ ਨਾ, ਕਿਸੇ ਐਮਪੀ ਦੇ ਬੱਚੇ ਨੂੰ ਕਿਸੇ ਨੌਕਰੀ ਮਿਲੀ ਤਾਂ ਮੈਂ ਔਖਾ ਆ ਨਾ, ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ। ਕਿਉਂਕਿ ਕਾਰਨ ਕੀ ਆ ਕਿ ਵੀ ਇਹ ਕਾਰਨ ਇਹ ਆ ਕਿ ਵੀ ਘਰ ਘਰ ਨੌਕਰੀ ਦਾ ਜਿਹੜਾ ਵਾਅਦਾ ਕੀਤਾ ਸੀ ਪੰਜਾਬ ਸਰਕਾਰ ਨੇ ਉਹ ਪੂਰਾ ਕਰਦੀ ਪਈ ਆ। ਪਰ ਗੱਲ ਇਹ ਆ, ਵਾਰੀ ਪਹਿਲਾਂ ਐਮਐਲਏ ਦੇ ਬੱਚਿਆਂ ਦੀ ਆ ਗਈ, ਐਮਪੀ ਦੇ ਬੱਚਿਆਂ ਦੀ ਆ ਗਈ, ਤੇ ਹੁਣ ਜਿਹੜੇ ਹੋਰ ਨੌਜਵਾਨ ਹੈਗੇ ਜਿਹੜੇ ਕਾਬਲੀਅਤ, ਉਹਨਾਂ ਨੂੰ ਤਰਸ ਦੇ ਆਧਾਰ ਤੇ ਦੇਤੀ ਨਾ, ਸਾਨੂੰ ਕਾਬਲੀਅਤ ਦੇ ਆਧਾਰ ਤੇ ਵੀ ਨੌਕਰੀ ਦੇ ਦਿੱਤੀ ਜਾਵੇ, ਠੀਕ ਹੈ ਨਾ। ਹੋਰ ਮੇਰੇ ਤੋਂ ਇਲਾਵਾ ਹੋਰ ਕਿੰਨੇ ਹੀ ਸੰਘਰਸ਼ ਚੱਲਦੇ ਪਏ ਆ ਕਿ ਵੀ ਹਾਂ ਬੱਚੇ ਜਿਹੜੇ ਰੋਡਾਂ ਤੇ ਘੁੰਮਦੇ ਪਏ ਆ, ਠੀਕ ਹੈ ਨਾ, ਸਪੋਰਟਸ ਵਾਲੇ ਖਾਸ ਕਰ, ਠੀਕ ਹੈ ਨਾ, ਸਪੋਰਟਸ ਵਾਲੇ ਇੱਕ ਵੱਖਰੀ ਮਿਹਨਤ ਕਰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਵੀ ਹਾਂ ਪੜ੍ਹਨ ਵਾਲੇ ਬੱਚੇ ਵੀ ਬਹੁਤ ਜ਼ਿਆਦਾ ਮਿਹਨਤ ਕਰਦੇ ਆ, ਲੇਕਿਨ ਸਪੋਰਟਸ ਵਾਲੇ ਬੱਚੇ, ਠੀਕ ਹੈ ਨਾ, ਖੇਡਦੇ ਵੀ, ਆਪਣੇ ਪ੍ਰਾਂਤ ਦਾ ਨਾਮ ਰੋਸ਼ਨ ਵੀ ਕਰਦੇ ਆ। ਉਸ ਤੋਂ ਇਲਾਵਾ ਪੜ੍ਹਾਈ ਦੇ ਵਿੱਚ ਹੁਣ ਸਰ ਐਮਫਿਲ, ਠੀਕ ਹੈ ਨਾ। ਤੁਸੀਂ ਤਾਂ ਸਪੋਰਟਸ ਦੇ ਵਿੱਚ ਵੀ ਜਿੱਥੇ ਵੱਡੀਆਂ ਮੱਲਾਂ ਮਾਰੀਆਂ, ਉੱਥੇ ਪੜ੍ਹਾਈ ਦੇ ਵਿੱਚ ਵੀ ਵੱਡੀਆਂ ਡਿਗਰੀਆਂ ਲੈ ਕੇ ਤੁਸੀਂ ਆਪਣਾ ਨਾਮ ਰੋਸ਼ਨ ਕੀਤਾ, ਪਰ ਫਿਰ ਵੀ ਸਰਕਾਰਾਂ ਨੇ ਤੁਹਾਡੀ ਮਿਹਨਤ ਦਾ ਜਿਹੜਾ ਹੈਗਾ ਫਲ ਤੁਹਾਨੂੰ ਨਹੀਂ ਦਿੱਤਾ। ਬਿਲਕੁਲ ਨਹੀਂ ਦਿੱਤਾ ਸਰ। ਮੈਂ ਇਸੇ ਗੱਲ ਦੀ ਆਸ ਕਰਦਾ ਆ ਕਿ ਵੀ ਹਾਂ ਵੀ ਦੇਖੋ, ਜੇ ਕਾਬਲੀਅਤ ਨੂੰ ਆਧਾਰ ਬਣਾਓਗੇ ਨਾ ਤੁਸੀਂ, ਤਾਂ ਕਾਬਲੀਅਤ ਵੀ ਤੁਹਾਨੂੰ ਮੇਰੀ ਦਿਖਦੀ ਪਈ ਹੈ ਕਿ ਮੈਂ ਕਿੰਨਾ ਕਾਬਲ ਹਾਂ। ਜੇ ਤੁਸੀਂ ਤਰਸ ਨੂੰ ਆਧਾਰ ਬਣਾਓਗੇ ਨਾ, ਤੇ ਤਰਸ ਦੇ ਵਿੱਚ ਵੀ ਤੁਸੀਂ ਦੇਖ ਲਓਗੇ, ਤੁਸੀਂ ਆਂਦੇ ਹੋਏ ਦੇਖ ਲਿਆ ਹੋਣਾ ਮੇਰਾ ਏਰੀਆ ਕਿਹੜਾ ਏਰੀਆ ਆ, ਠੀਕ ਹੈ ਨਾ। ਇਹ ਗਰੀਬ ਤਬਕੇ ਨਾਲ ਮੈਂ ਰਿਲੇਟ ਹੈਗਾ ਵਾਂ, ਤੇ ਮੇਰੇ ਘਰ ਦੇ ਵਿੱਚ, ਠੀਕ ਹੈ ਨਾ, ਕੀ ਮਾਹੌਲ ਹੈ ਇਹ ਵੀ ਤੁਸੀਂ ਦੇਖ ਹੀ ਲਿਆ ਸਰ, ਠੀਕ ਹੈ ਨਾ। ਇਹ ਮੇਰੀ ਸੌਟ ਵਾਲਾ ਮੇਰੀ ਗੇਮ ਹੈ, ਠੀਕ ਹੈ ਨਾ। ਜੇਕਰ ਹੁਣ ਕੋਈ ਪੁੱਛੇ ਨਾ ਕਿ ਵੀ ਸੌਟ ਵਾਲ ਕੀ ਹੁੰਦੀ ਆ, ਤੇ ਇਹ ਮੈਨੂੰ ਨਾ ਸਵਾਲ ਕਰਿਓ, ਇਹ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਸਵਾਲ ਕਰੇ ਕਿ ਸੌਟ ਵਾਲ ਹੁੰਦੀ ਕੀ ਆ। ਕਿਉਂ ਮੈਂ ਕਹਿ ਰਿਹਾ ਮੈਂ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਇਹ ਸਵਾਲ ਕਰਿਓ, ਕਿਉਂਕਿ ਇਹ ਜਿਹੜੇ ਰਾਣਾ ਗੁਰਮੀਤ ਸਿੰਘ ਸੋਢੀ ਜੀ ਹੈਗੇ ਆ ਨਾ, ਇਹ ਪ੍ਰੈਜ਼ੀਡੈਂਟ ਹੁੰਦੇ ਸੀ ਸਾਡੀ ਗੇਮ ਦੇ, ਠੀਕ ਹੈ ਨਾ। ਤੇ ਹੁਣ ਤਾਂ ਇਹਦਾ ਮਤਲਬ ਇਹ ਤਾਂ ਹੈ ਕਿ ਵੀ ਹਾਂ ਵੀ ਜਿਹੜੀ ਗੇਮ ਦੇ ਪ੍ਰੈਜ਼ੀਡੈਂਟ ਹੀ, ਠੀਕ ਹੈ ਨਾ, ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਹੋਣ, ਠੀਕ ਹੈ ਨਾ, ਉਸ ਗੇਮ ਦਾ ਵੀ ਕੁਝ ਨਾ ਬਣਦਾ ਹੋਵੇ ਤਾਂ ਫਿਰ ਤਾਂ ਦਿਲ ਨੂੰ ਦੁੱਖ ਲੱਗਦਾ ਹੀ ਆ ਸਰ। ਅਕਸਰ ਦੇਖਿਆ ਜਾਂਦਾ ਹੈ ਕਿ ਨੌਕਰੀਆਂ ਦਿੱਤੀਆਂ ਜਾਂਦੀਆਂ ਸਰਕਾਰਾਂ ਵੱਲੋਂ, ਜਿਹੜੀਆਂ ਮਸ਼ਹੂਰ ਖੇਡਾਂ ਨੇ, ਕ੍ਰਿਕਟ ਨੇ, ਹਾਕੀ ਨੇ, ਉਹਨਾਂ ਦੇ ਵਿੱਚ ਤਾਂ ਫਟਾਫਟ ਜਿਹੜੇ ਵੱਡੇ ਖਿਡਾਰੀ ਨੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ। ਤੁਹਾਨੂੰ ਇਹ ਵੀ ਰੰਜ ਹੈ ਕਿ ਤੁਹਾਡੀ ਗੇਮ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀਆਂ ਸਰਕਾਰਾਂ, ਜਾਂ ਜਿਵੇਂ ਤੁਸੀਂ ਕਿਹਾ ਕਿ 2016 ਦੇ ਵਿੱਚ ਨੌਕਰੀ ਦਿੱਤੀ ਗਈ ਪਰ ਬਾਅਦ ਚੋਂ ਸੌਟਬਾਲ ਨੂੰ ਉਸ ਕੈਟਾਗਰੀ ਦੇ ਵਿੱਚੋਂ ਕੱਢ ਦਿੱਤਾ ਗਿਆ। ਸਰ ਗੱਲ ਇੱਦਾਂ ਆ, ਇਹ ਨਾ ਮਤਲਬ ਕਿ ਖੇਡਾਂ ਨੂੰ ਨਾ ਬਰਾਬਰ ਹੀ ਜਿਹੜਾ ਹਿੱਸਾ ਮਿਲਦਾ ਪਿਆ ਵਾ। ਕਾਰਨ ਇਹ ਨਹੀਂ ਆ ਕਿਉਂ ਮੈਂ ਸਰਕਾਰ ਤੋਂ ਤਾਂ ਗਿਲਾ ਸ਼ਿਕਵਾ ਕਰਾਂ ਨਾ ਕਿ ਵੀ ਹਾਂ ਜੇ ਸਾਨੂੰ ਸਕਾਲਰਸ਼ਿਪ ਨਾ ਮਿਲਦੀ ਹੋਵੇ, ਸਾਨੂੰ ਮਤਲਬ ਜੇਕਰ ਉਹ ਸਾਨੂੰ ਉਸ ਕਿਸੇ ਵੀ ਸਰਕਾਰੀ ਫੰਕਸ਼ਨ ਦੇ ਵਿੱਚ ਬੁਲਾਇਆ ਨਾ ਗਿਆ ਹੋਵੇ, ਜਾਂ ਫਿਰ ਸਾਨੂੰ ਐਡਮਿਸ਼ਨ ਨਾ ਮਿਲਦੀ ਹੋਵੇ ਗੇਮ ਦੇ ਬੇਸ ਤੇ, ਪਰ ਲੇਕਿਨ ਇਹ ਰੋਸ਼ ਜ਼ਰੂਰ ਆ ਮਨ ਦੇ ਵਿੱਚ ਕਿ ਜਿੱਥੇ ਇੰਨੀ ਗੇਮਸ ਹੈਗੀਆਂ, ਤੁਸੀਂ ਪੰਜਾਬ ਸਟਾਈਲ ਕਬੱਡੀ ਨੂੰ ਵੀ ਦੇਤਾ, ਠੀਕ ਹੈ ਨਾ, ਉਹ ਤੋਂ ਬਾਅਦ ਕਬੱਡੀ ਦੇ ਪਲੇਅਰਸ ਨੂੰ ਵੀ ਦੇਤੀ, ਇਹਦੇ ਵਿੱਚ ਨੌਕਰੀ ਕ੍ਰਿਕਟ ਨੂੰ ਵੀ ਦੇਤੀ, ਠੀਕ ਹੈ ਨਾ, ਹੋਰ ਜਿਹੜੀ ਗੇਮਸ ਹੈਗੀਆਂ ਸਾਰੀ ਗੇਮਸ ਵਾਲਿਆਂ ਨੂੰ ਤੁਸੀਂ ਦੇਤੀ ਹੈ ਨੌਕਰੀ, ਤਾਂ ਵਾਲੇ ਬੱਚਿਆਂ ਨੂੰ ਇਗਨੋਰ ਕਿਉਂ ਕੀਤਾ ਗਿਆ, ਠੀਕ ਹੈ ਨਾ। ਇਹਦੇ ਕਾਰਨ ਦੱਸੇ ਜਾਣ, ਠੀਕ ਹੈ ਨਾ, ਉਹ ਕਾਰਨ ਦਾ ਜਵਾਬ ਫਿਰ ਅਸੀਂ ਦੱਸਾਂਗੇ ਕਿ ਵੀ ਹਾਂ ਵੀ ਕਿਉਂ, ਕਿਹੜੀ ਗੱਲੋਂ ਕਿ ਵੀ ਹਾਂ ਵੀ ਇਹ ਬੱਚਾ ਦਾ ਹੱਕ ਬਣਦਾ ਆ, ਠੀਕ ਹੈ ਨਾ। ਇਹ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਸਰ। ਤੇ ਇਹਦੇ ਵਿੱਚ ਨਾ ਕੈਪਟਨ ਅਮਰਿੰਦਰ ਸਿੰਘ ਜੀ ਸਿੱਧੇ ਤੌਰ ਤੇ ਇਹ ਦੇਖਣ ਕਿ ਵੀ ਹਾਂ ਵੀ ਕੀ ਮਾਮਲਾ ਆ ਇਹ। ਮੈਂ ਤਾਂ ਕੈਪਟਨ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਕਿ ਵੀ ਕੈਪਟਨ ਸਾਹਿਬ, ਠੀਕ ਹੈ ਨਾ, ਕਿ ਵੀ ਹਾਂ ਇਹ ਤੁਸੀਂ ਇੱਕ ਰਾਜੇ ਹੋ ਇਸ ਪ੍ਰਾਂਤ ਦੇ, ਠੀਕ ਹੈ ਨਾ, ਉਹਦੀ ਪ੍ਰਜਾ ਅੱਜ ਦੁਖੀ ਆ, ਠੀਕ ਹੈ ਨਾ। ਜੇਕਰ ਉਹ ਇਸ ਹਾਲਤ ਦੇ ਵਿੱਚ ਆ ਤੇ ਤੁਹਾਡਾ ਸਰ ਬਣਦੀ ਹੈ ਜ਼ਿੰਮੇਵਾਰੀ ਕਿ ਵੀ ਹਾਂ ਵੀ ਤੁਸੀਂ ਆਪਣੇ ਬੱਚਿਆਂ ਦੇ ਪ੍ਰਤੀ ਸੋਚੋ। ਅਸੀਂ ਬੱਚੇ ਆ ਸਰ ਤੁਹਾਡੇ, ਠੀਕ ਹੈ ਨਾ। ਜੇਕਰ ਐਮਐਲਏਸ ਐਮਪੀਸ ਨੂੰ ਤੁਸੀਂ ਹੱਕ ਦੇਤਾ ਨਾ, ਚਲੋ ਕੋਈ ਗੱਲ ਨਹੀਂ ਜੀ, ਉਹਨਾਂ ਦੀ ਨੇੜਤਾ ਹੋ ਸਕਦੀ ਆ, ਲੇਕਿਨ ਇਹਨਾਂ ਵੋਟਰਾਂ ਬਾਰੇ ਵੀ ਸੋਚੋ ਸਰ ਕਿ ਵੀ ਹਾਂ ਸਾਨੂੰ ਵੀ ਨੌਕਰੀ ਦਿਓ ਸਰ, ਪਲੀਜ਼ ਬੇਨਤੀ ਆ। ਤੁਸੀਂ ਨੌਕਰੀ ਜੇਕਰ ਮਤਲਬ ਤੁਹਾਡੀ ਲੱਖ ਮਜਬੂਰੀਆਂ ਹੋ ਸਕਦੀਆਂ, ਕੱਢ ਨਹੀਂ ਨਾ ਪਾ ਰਹੇ, ਤਾਂ ਸਾਰਾ ਨਿਕਲੀਆਂ ਨਕਲੀਆਂ ਪੋਸਟਾਂ ਨੇ ਸਰ, ਠੀਕ ਹੈ ਨਾ। ਇਹਨਾਂ ਪੋਸਟਾਂ ਦੇ ਵਿੱਚ ਸਾਡਾ ਨਾਮ ਵੀ ਆਇਆ ਹੋਇਆ ਸਰ, ਸਾਨੂੰ ਸਾਡੀਆਂ ਪੋਸਟਾਂ ਇਹੀ ਦੇ ਦਿਓ, ਠੀਕ ਹੈ ਨਾ। ਮੈਂ ਹੋਰ ਕੋਈ ਤੁਹਾਡੇ ਅੱਗੇ ਬੇਨਤੀ ਨਹੀਂ ਕਰਦਾ, ਬਸ ਇੰਨੀ ਕਰਦਾ, ਇਹਨਾਂ ਪੋਸਟਾਂ ਨੂੰ ਸਾਨੂੰ ਦਵਾ ਦਿਓ ਸਰ। ਜੀ ਬਿਲਕੁਲ, ਇਹ ਸੀਗੇ ਸਤੀਸ਼ ਕੁਮਾਰ ਜਿਹੜੇ ਹੱਥ ਜੋੜ ਕੇ ਸਰਕਾਰ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਨੇ, ਤੇ ਦੂਜੇ ਪਾਸੇ ਇਹ ਸੈਂਕੜੇ ਜਿਹੜੇ ਮੈਡਲ ਨੇ ਆਪਣੀ ਮਿਹਨਤ ਦਾ ਜਿਹੜਾ ਹੈਗਾ ਫਲ ਮੰਗਦੇ ਨਜ਼ਰ ਆ ਰਹੇ ਨੇ, ਜਿਨ੍ਹਾਂ ਦਾ ਕਹਿਣਾ ਕਿ ਸਰਕਾਰ ਤਰਸ ਦੇ ਆਧਾਰ ਤੇ ਭਾਵੇਂ ਨਾ ਨੌਕਰੀ ਦੇਵੇ, ਪਰ ਸਾਡੀ ਕਾਬਲੀਅਤ ਦੇ ਆਧਾਰ ਤੇ ਸਾਡੀ ਨੌਕਰੀਆਂ ਬੰਦੀਆਂ ਵਾ ਉਹ ਸਾਨੂੰ ਜ਼ਰੂਰ ਦਿੱਤੀਆਂ ਜਾਣ। ਉਹਨਾਂ ਨੂੰ ਐਮਐਲਏ ਐਮਪੀਆਂ ਦੇ ਬੇਟਿਆਂ ਨੂੰ ਨੌਕਰੀ ਦੇਣ ਤੋਂ ਕੋਈ ਗੁਰੇਜ਼ ਨਹੀਂ ਹੈ, ਉਹਨਾਂ ਨੂੰ ਬੇਸ਼ੱਕ ਜਿੰਨੀ ਮਰਜ਼ੀ ਨੌਕਰੀ ਦੇਣ, ਪਰ ਉਹਨਾਂ ਦੀ ਨੌਕਰੀ ਕਿੱਥੇ ਆ, ਇਹ ਵੱਡੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਨੇ। ਲੁਧਿਆਣਾ ਤੋਂ ਨੈਸ਼ਨਲ ਪਲੇਅਰ ਸਤੀਸ਼ ਕੁਮਾਰ, ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ ਟੀਵੀ ਲੁਧਿਆਣਾ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।